ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੀ ਸਟੇਜ ਤੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੋ ਮੁੱਖ ਗ੍ਰੰਥੀ ਨੇ ਹਰਿਮੰਦਰ ਸਾਹਿਬ ਦੇ ਨਾ, ਉਹਨਾਂ ਇਹ ਬਚਨ ਕਰ ਦਿੱਤਾ ਵੀ ਇਤਿਹਾਸਕਾਰਾਂ ਨੇ ਉਥਾਨਕਾ ਪ੍ਰਗਟ ਕੀਤੀ ਹੈ ਆਨੰਦ ਸਾਹਿਬ ਦੀ ਵੀ 40 ਪੌੜੀਆਂ ਦੀ ਜੋ ਇਹ ਬਾਣੀ ਹੈ ਉਹਦੇ ਵਿੱਚੋਂ 38 ਪੌੜੀਆਂ ਗੁਰੂ ਅਮਰਦਾਸ ਜੀ ਦੀਆਂ ਨੇ ਤੇ 2 ਪੌੜੀਆਂ 39 ਨੰਬਰ ਤੇ 40 ਨੰਬਰ ਇਹ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਨੇ ਪ੍ਰਗਟ ਕੀਤੀਆਂ ਨੇ। ਤੋ ਬੜਾ ਰੌਲਾ ਪਾਇਆ ਗਿਆ ਜੀ ਇਹ ਬਾਣੀ ਦੀ ਬੇਅਦਬੀ ਹੋ ਗਈ। ਦੇਖੋ ਸਿੱਖ ਜਗਤ ਨੂੰ ਪ੍ਰਫੁੱਲਤ ਰੱਖਣ ਲਈ ਬੜੇ ਬੜੇ ਇਤਿਹਾਸਕਾਰਾਂ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਲਿਖਿਆ, ਕਈ ਗ੍ਰੰਥ ਲਿਖੇ ਗਏ। ਭਾਈ ਬਾਲਾ ਜੀ ਵਾਲੀ ਜਨਮ ਸਾਖੀ, ਭਾਈ ਸਰੂਪ ਦਾਸ ਭੱਲਾ ਜੀ ਵੱਲੋਂ ਲਿਖਿਆ ਮਹਿਮਾ ਪ੍ਰਕਾਸ਼, ਭਾਈ ਰਤਨ ਸਿੰਘ ਜੀ ਭੰਗੂ ਹੁਣਾ ਵੱਲੋਂ ਲਿਖਿਆ ਇਤਿਹਾਸ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹੁਣਾ ਵੱਲੋਂ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ, ਗਿਆਨੀ ਗਿਆਨ ਸਿੰਘ ਹੁਣਾ ਵੱਲੋਂ ਲਿਖਿਆ ਗਿਆ ਇਤਿਹਾਸ। ਜਿਤਨੇ ਵੀ ਇਤਿਹਾਸ ਦੇ ਗ੍ਰੰਥ ਨੇ ਸਭ ਤੋਂ ਵੱਧ ਵਿਸਥਾਰ ਕਾਵ ਰਚਨਾ ਵਿੱਚ ਜੇ ਹੈ ਤੇ ਉਹ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ। ਬ੍ਰਿਜ ਭਾਸ਼ਾ ਦਾ ਮਹਾਨ ਗ੍ਰੰਥ ਹੈ। ਬੜੇ ਬੜੇ ਅਭਿਮਾਨੀ ਪੰਡਤਾਂ ਦਾ ਮਾਣ ਤੋੜਿਆ ਕਵੀ ਰਾਜ ਸੰਤੋਖ ਸਿੰਘ ਹੁਣਾ ਇਹ ਗ੍ਰੰਥ ਲਿਖ ਕੇ। ਤੋ ਉੱਥੇ ਉਥਾਨਕਾ ਲਿਖੀ ਹੈ ਵੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਗ੍ਰਹਿ ਵਿਖੇ ਬਾਬਾ ਮੋਰੀ ਜੀ ਦੇ ਘਰ ਇੱਕ ਬਾਲਕ ਪੈਦਾ ਹੋਇਆ। ਗੁਰੂ ਅਮਰਦਾਸ ਕਹਿੰਦੇ ਭਾਈ ਬੱਲੂ ਜੀ ਸਾਹਿਬਜ਼ਾਦੇ ਨੂੰ ਸਾਡੇ ਪਾਸ ਲੈ ਕੇ ਆਓ। ਗੁਰਾਂ ਨੇ ਗੋਦ ਵਿੱਚ ਲਿਆ। ਕਹਿੰਦੇ ਬੜਾ ਵੱਡਾ ਸੰਤ ਹੋਵੇਗਾ, ਜਿਹੜਾ ਵੀ ਇਹਦੀ ਸੰਗਤ ਕਰੇਗਾ ਉਸ ਨੂੰ ਆਨੰਦ ਪ੍ਰਾਪਤ ਹੋਵੇਗਾ। ਕਹਿੰਦੇ ਮੈਂ ਇਹਦਾ ਨਾਮ ਆਨੰਦ ਰੱਖਦਾ ਹਾਂ, ਤੋ ਮੈਂ ਇੱਕ ਤੋਹਫਾ ਦੇ ਰਿਹਾ ਹਾਂ ਇਸ ਨੂੰ। ਬਾਣੀ ਰਚੀ, ਬਾਣੀ ਦਾ ਨਾਮ ਹੀ ਆਨੰਦ ਰੱਖ ਦਿੱਤਾ ਮਹਾਰਾਜ ਨੇ। ਕਵੀ ਸੰਤੋਖ ਸਿੰਘ ਜੀ ਦੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੋਲ ਨੇ, ਪੌੜੀ ਕਰੀ ਦੋਏ ਕਮ 40 ਨਿਜ ਪੌਤਰੇ ਪਰਥਾਏ ਵਿਸਾਲੀ ਪੌਤਰ ਸੋ ਬਾਣੀ ਕੋ ਆਨੰਦ ਨਾਮ ਧਰਿਓ ਗੁਰ ਭਇਓ ਆਨੰਦ। ਕਹਿੰਦੇ ਪੌੜੀਆਂ 38 ਉਚਾਰੀਆਂ, ਬਾਣੀ ਦਾ ਨਾਮ ਹੀ ਆਨੰਦ ਰੱਖਿਆ ਤੇ ਪੋਤਰੇ ਦਾ ਨਾਮ ਹੀ ਆਨੰਦ ਰੱਖਿਆ। ਭੇਟਾ ਕੀਤੀ ਹੈ ਇਸ ਬਾਲਕ ਆਨੰਦ ਨੂੰ, ਪਰ ਸੁੱਚੀ ਲੁਕਾਈ ਨੂੰ ਉਪਦੇਸ਼ ਦਿੱਤਾ ਹੈ ਜੇ ਆਨੰਦ ਪਾਉਣਾ ਹੈ ਤੇ ਰੱਬ ਦੇ ਗੀਤ ਗਾਓ। ਕਵੀ ਜੀ ਲਿਖਦੇ ਨੇ, ਚਤੁਰਤ ਪਾਤ ਸਾਹ ਜਬ ਭਏ ਇੱਕ ਪੌੜੀ ਤਿਨਹੂ ਰਚ ਕਏ ਇੱਕ ਸ਼੍ਰੀ ਅਰਜਨ ਤੇ ਸੰਗ ਜੋੜੀ ਆਨੰਦ ਮਹਾਤਮ 40 ਪੌੜੀ। ਇੱਕ ਪੌੜੀ ਇਹਦੇ ਬਾਅਦ 38 ਤੋਂ ਗੁਰੂ ਰਾਮਦਾਸ ਜੀ ਨੇ ਉਚਾਰੀ ਅਤੇ ਇੱਕ ਗੁਰੂ ਅਰਜਨ ਸਾਹਿਬ ਨੇ ਉਚਾਰੀ। ਪਹਿਲੀ ਉਦਾਹਰਣ ਤੇ ਇਹ ਦੇ ਦਿੱਤੀ ਤੁਹਾਨੂੰ। ਦੂਜੀ ਉਦਾਹਰਣ ਹੈ ਸਿੱਖ ਜਗਤ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਟੀਕਾ, ਜਿਹੜਾ ਫਰੀਦਕੋਟ ਦੇ ਰਾਜੇ ਨੇ ਮਹਾਪੁਰਸ਼ਾਂ ਨੂੰ ਰੱਖ ਕਰਕੇ ਲਿਖਵਾਇਆ। ਉਹ ਵੀ ਸਾਫ਼ ਲਿਖਦੇ ਨੇ ਵੀ ਆਨੰਦ ਬਾਣੀ ਕੇ ਮਹਾਤਮ ਕੀ ਇਹ ਇੱਕ ਪੌੜੀ ਚੌਥੀ ਪਾਤਸ਼ਾਹੀ ਨੇ ਉਚਾਰੀ ਹੈ। ਉਹ ਅੱਗੇ ਕਹਿੰਦੇ ਨੇ, ਗੁਰੂ ਪੰਜਵੀਂ पातशाही बाणी को समाप्त करते हुए महात्म दर्शाते हैं। फिर पंजवें गुरु ने आनंद साहिब का महात्म दर्शाउंदियां अगली पौड़ी उचार दी। यह दूजी उदाहरण। हुण आओ तीजी ते। भल्लियां दे खानदान चों ही बाबा सरूप दास भल्ला जिन्हें महिमा प्रकाश लिखिया, और ये ग्रंथ पटियाला यूनीवर्सिटी वालों भाषा विभाग वालों पब्लिश है। ਉਹ ਵੀ ਲਿਖਦੇ ਨੇ, ਬਾਣੀ ਆਨੰਦ ਗੁਰ ਕੀਆ ਉਚਾਰ ਪੌੜੀ 38 ਬਾਣੀ ਸੁਖਸਾਰ। ਕਹਿੰਦਾ 38 ਪੌੜੀਆਂ ਆਨੰਦ ਦੀਆਂ ਗੁਰੂ ਅਮਰਦਾਸ ਨੇ ਉਚਾਰੀਆਂ। ਅੱਗੇ ਕਹਿੰਦੇ ਨੇ, ਆਨੰਦ ਮੂਲ ਬਾਣੀ ਗੁਰ ਕਰੀ ਇੱਕ ਪੌੜੀ ਚੌਥੇ ਮਹਿਲ ਤਹਾਂ ਧਰੀ ਆਨੰਦ ਮਹਾਤਮ ਉਸਤਤ ਕੀ ਪੌੜੀ ਸ਼੍ਰੀ ਸਤਿਗੁਰ ਮਹਿਲ ਪੰਜਵੇਂ ਜੋੜੀ ਪੂਰਨ ਭਈ ਪੌੜੀ 40 ਗੁਰ ਆਨੰਦ ਕੀਆ ਜਗਤ ਬਖਸ਼ੀਸ। ਉਹ ਕਹਿੰਦੇ ਇੱਕ ਪੌੜੀ ਗੁਰੂ ਰਾਮਦਾਸ ਉਚਾਰੀ, ਇੱਕ ਗੁਰੂ ਅਰਜਨ ਸਾਹਿਬ ਉਚਾਰੀ, ਫਿਰ 40 ਪੌੜੀਆਂ ਹੋ ਗਈਆਂ। 38 ਪੌੜੀਆਂ ਗੁਰੂ ਅਮਰਦਾਸ ਦੀਆਂ ਪਾ ਕੇ ਜਿਨਨੇ ਪੜ੍ਹੀ ਉਸ ਨੂੰ ਆਨੰਦ ਮਿਲ ਗਿਆ। ਇਹ ਐਸੀ ਬਾਣੀ ਹੈ। ਹੁਣ ਆਓ ਚੌਥੀ ਉਦਾਹਰਣ ਤੇ। ਸ਼ਬਦਾਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੋਥੀ ਤੀਜੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਉਹਦੇ ਵਿੱਚ ਸਾਫ਼ ਲਿਖਿਆ ਹੈ ਵੀ ਪੁਰਾਣੀ ਰਵਾਇਤ ਹੈ 39ਵੀਂ ਪੌੜੀ ਚੌਥੇ ਪਾਤਸ਼ਾਹ ਦੀ ਰਚੀ ਹੋਈ ਹੈ ਤੇ 40ਵੀਂ ਪੌੜੀ ਗੁਰੂ ਅਰਜਨ ਸਾਹਿਬ ਦੀ ਰਚੀ ਹੈ। ਹੁਣ ਅਜੋਕੇ ਸਮੇਂ ਦੇ ਡਾਕਟਰਾਂ ਦੀ ਗੱਲ ਕਰਾਂ, ਪੰਜਵੀਂ ਉਦਾਹਰਣ PhD ਡਾਕਟਰ ਰਾਏ ਜਸਬੀਰ, ਉਹਨਾਂ ਨੇ ਗੁਰੂ ਅਮਰਦਾਸ ਸਰੋਤ ਪੁਸਤਕ ਲਿਖੀ। ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ, GNDU ਵੱਲੋਂ ਇਹ ਪਬਲਿਸ਼ ਸੀ ਪੁਸਤਕ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ, ਕਹਿੰਦੇ 38 ਪੌੜੀਆਂ ਹੀ ਪਹਿਲਾਂ ਪ੍ਰਚਲਿਤ ਸਨ ਗੁਰੂ ਅਰਜਨ ਸਾਹਿਬ ਤੋਂ, ਬਾਬਾ ਅਮਰਦਾਸ ਜੀ ਦੀ ਬਾਣੀ ਆਨੰਦ ਦੀਆਂ। ਇਹਦੇ ਬਾਅਦ 6ਵੀਂ ਉਦਾਹਰਣ ਦਿੰਨਾ ਤੁਹਾਨੂੰ, ਡਾਕਟਰ ਗੁਰਿੰਦਰ ਸਿੰਘ ਮਾਨ, ਹੀ ਇਜ਼ ਅ ਪੰਜਾਬੀ ਅਮਰੀਕਨ ਸਕਾਲਰ, ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਪੜ੍ਹਾਉਂਦੇ ਰਹੇ ਨੇ। ਉਹਨਾਂ ਨੇ ਗੋਇੰਦਵਾਲ ਪੋਥੀਆਂ ਪੁਸਤਕ ਲਿਖੀ ਹੈ। ਉਹ ਵੀ ਇਹੀ ਕਹਿੰਦੇ ਨੇ ਵੀ ਪਹਿਲੀਆਂ ਬਾਬਾ ਮੋਹਣ ਵਾਲੀਆਂ ਪੋਥੀਆਂ ਜਿਨ੍ਹਾਂ ਤੋਂ ਆਦਿ ਗ੍ਰੰਥ ਸਾਹਿਬ ਲਿਖਿਆ ਨਾ, ਉਹਨਾਂ ਪੋਥੀਆਂ ਵਿੱਚ 38 ਪੌੜੀਆਂ ਹੀ ਮਿਲਦੀਆਂ ਨੇ। 7ਵੀਂ ਉਦਾਹਰਣ ਪਿਆਰਾ ਸਿੰਘ ਪਦਮ, ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਿੱਚ ਲਿਖਦੇ ਨੇ ਪਹਿਲਾਂ ਗੁਰੂ ਅਰਜਨ ਸਾਹਿਬ ਤੋਂ ਆਨੰਦ ਸਾਹਿਬ ਦੀਆਂ 38 ਪੌੜੀਆਂ ਸਨ। ਹੁਣ ਆ ਜਾਓ 8ਵੀਂ ਉਦਾਹਰਣ ਤੇ। ਇਹ ਉਹ ਪੋਥੀਆਂ ਬਾਬਾ ਮੋਹਣ ਵਾਲੀਆਂ ਨੇ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਆਪ ਚੱਲ ਕੇ ਗੋਇੰਦਵਾਲੋਂ ਬਾਬੇ ਮੋਹਣ ਜੀ ਕੋਲੋਂ ਲਿਆਏ। ਉਹਨਾਂ ਪੋਥੀਆਂ ਤੋਂ ਹੀ 1661 ਬਿਕਰਮੀ ਸੰਮਤ ਵਿੱਚ ਭਾਈ ਗੁਰਦਾਸ ਕੋਲੋਂ ਰਾਮਸਰ ਦੇ ਕੰਢੇ ਅੰਮ੍ਰਿਤਸਰ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ, ਜਿਹਨੂੰ ਕਰਤਾਰਪੁਰੀ ਬੀੜ ਕਹਿੰਦੇ ਹੋ। ਇਹਨਾਂ ਪੋਥੀਆਂ ਵਿੱਚ ਵੀ 38 ਪੌੜੀਆਂ ਮਿਲੀਆਂ। 9ਵੀਂ ਉਦਾਹਰਣ ਇਹ ਹੈ ਵੀ ਜਿਹੜੇ ਸੀ ਨਾ ਗੁਰੂ ਦੇ ਸ਼ਰੀਕ ਬਾਬਾ ਪ੍ਰਿਥਵੀ ਚੰਦ ਹੋਣੀ, ਮੀਣਿਆਂ ਦਾ ਟੱਬਰ, ਉਹਨਾਂ ਨਕਲ ਮਾਰਨੀ ਸ਼ੁਰੂ ਕਰ ਦਿੱਤੀ ਸੀ ਬਾਣੀ ਦੀ ਵੀ ਅਸੀਂ ਆਪਣੀ ਪੂਜਾ ਕਰਾਉਣੀ ਹੈ ਵੀ ਸਾਡੇ ਗ੍ਰੰਥ ਨੇ। ਉਹਨਾਂ ਜਿੰਨੀ ਵੀ ਨਕਲ ਮਾਰੀ, ਜਿੰਨੀਆਂ ਵੀ ਪੋਥੀਆਂ ਲਿਖੀਆਂ, ਉਹਨਾਂ ਵਿੱਚ ਤੁਹਾਨੂੰ 38 ਪੌੜੀਆਂ ਹੀ ਮਿਲਣਗੀਆਂ। ਹੁਣ 40 ਪੌੜੀਆਂ ਹੋਈਆਂ ਕਿਵੇਂ? ਸਭ ਤੋਂ ਪਹਿਲਾਂ ਕਰਤਾਰਪੁਰ ਵਾਲੀ ਬੀੜ ਵਿੱਚ ਹੀ ਗੁਰੂ ਅਰਜਨ ਸਾਹਿਬ ਨੇ 38 ਤੋਂ 40 ਪੌੜੀ ਕੀਤੀਆਂ। ਉਹ ਇਉਂ ਕੀਤੀਆਂ, ਇੱਕ ਪੌੜੀ ਗੁਰੂ ਰਾਮਦਾਸ ਜੀ ਦੀ, ਇੱਕ ਪੌੜੀ ਗੁਰੂ ਅਰਜਨ ਸਾਹਿਬ ਨੇ ਜਿੱਥੇ ਮਹਾਤਮ ਦਰਸਾਇਆ ਹੈ ਉਹ ਲਿਖੀ। ਕਰਤਾਰਪੁਰੀ ਬੀੜ ਤੋਂ ਪਹਿਲਾਂ ਕੋਈ ਵੀ ਤੁਹਾਨੂੰ ਗ੍ਰੰਥ ਨਹੀਂ ਮਿਲੇਗਾ, ਪੋਥੀ ਨਹੀਂ ਮਿਲੇਗੀ ਜਿੱਥੇ 40 ਪੌੜੀਆਂ ਨੇ। ਹੁਣ ਇੱਥੇ ਤਰਕ ਪਤਾ ਕੀ ਕੀਤਾ ਜਾਂਦਾ, ਅੱਛਾ ਛਾਈ ਮੁੱਕ ਗਈ ਸੀ, ਇਹ 39ਵੀਂ ਪੌੜੀ ਤੇ ਮਹੱਲਾ ਚੌਥਾ ਲਿਖ ਦਿੰਦੇ ਗੁਰੂ ਰਾਮਦਾਸ, 40ਵੀਂ ਪੌੜੀ ਤੇ ਮਹੱਲਾ ਪੰਜਵਾਂ ਲਿਖ ਦਿੰਦੇ ਗੁਰੂ ਅਰਜਨ ਸਾਹਿਬ। ਇਦਾਂ ਕਿਉਂ ਨਾ ਕੀਤਾ? ਇਹ ਕੁਤਰਕ ਕਰਨ ਵਾਲਿਆਂ ਨੂੰ ਇੰਨੀ ਵੀ ਹੋਸ਼ ਨਹੀਂ ਹੈ ਵੀ ਤਰਕ ਦਾ ਹਥਿਆਰ ਜੇ ਇੱਕ ਬਾਣੀ ਤੇ ਚੱਲੇਗਾ ਤੇ ਦੂਜੀ ਬਾਣੀ ਤੇ ਵੀ ਚੱਲੇਗਾ। ਜਦੋਂ ਤੁਸੀਂ ਟੂਲ ਫੜਦੇ ਹੋ, ਜੇ ਕੋਠੀ ਦੀ ਇੱਕ ਕੰਧ ਸੁੱਟੋਗੇ ਤੇ ਦੂਜੀ ਵੀ ਡਿੱਗ ਸਕਦੀ ਹੈ। ਜੇ ਮਹੱਲੇ ਦਾ ਹੀ ਮਸਲਾ ਹੈ, ਕੱਲ ਨੂੰ ਫਿਰ ਇਹ ਵੀ ਤਰਕ ਖੜਾ ਹੋ ਸਕਦਾ ਵੀ ਜਪਜੀ ਸਾਹਿਬ ਦੇ ਉੱਤੇ ਤੇ ਮਹੱਲਾ ਪਹਿਲਾ ਲਿਖਿਆ ਹੀ ਨਹੀਂ, ਕਿਵੇਂ ਸਾਬਤ ਕਰੋਗੇ ਗੁਰੂ ਨਾਨਕ ਦੀ ਬਾਣੀ? ਰਾਗਮਾਲਾ ਤੇ ਮਹੱਲਾ ਪੰਜਵਾਂ ਲਿਖਿਆ ਹੀ ਨਹੀਂ ਹੈ, ਕਿਵੇਂ ਸਾਬਤ ਕਰੋਗੇ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ? ਜਿਹੜੀ ਗੁਰੂ ਦੀ ਹਸਤੀ ਹੈ ਉਹ ਸਿਰਲੇਖ ਦੇਵੇ ਜਾਂ ਨਾ ਦੇਵੇ, ਉਹ ਸਾਡਾ ਗੁਲਾਮ ਥੋੜੀ ਹੈ, ਇਹ ਉਹਦੀ ਆਪਣੀ ਮਰਜ਼ੀ ਹੈ। ਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਬੇਮੋਹਤਾਜ, ਮਾਈ ਗੁਰੂ ਇਜ਼ ਟੋਟਲੀ ਇੰਡੀਪੈਂਡੈਂਟ, ਗੁਰੂ ਕਿਸੇ ਦੇ ਅਧੀਨ ਨਹੀਂ ਹੈ। ਕਰਤੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ, ਇਹ ਗੁਰੂ ਦੀ ਮਰਜ਼ੀ ਹੈ, ਸਿਰਲੇਖ ਦੇਵੇ ਜਾਂ ਨਾ ਦੇਵੇ। ਤੇ ਕਈ ਆਖਣਗੇ ਨਹੀਂ ਜੀ ਇਹ ਤੇ ਬਾਣੀ ਦੀ ਬੇਅਦਬੀ ਕੀਤੀ ਹੈ, ਮਹੱਲਾ ਹੀ ਅਖੇ ਬਦਲ ਦਿੱਤਾ ਗਿਆਨੀ ਜਗਤਾਰ ਸਿੰਘ ਹੋਣਾ। ਅੱਛਾ ਜੇ ਇੱਧਰ ਨੂੰ ਤੁਰੋਗੇ ਨਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਰਹਿਤ ਮਰਿਆਦਾ ਦਾ ਖਰੜਾ ਹੈ ਉਹਦੇ ਵਿੱਚ ਇੱਕ ਗੱਲ ਲਿਖੀ ਗਈ ਹੈ। ਸਿੱਖ ਦੀ ਪਰਿਭਾਸ਼ਾ ਜਦੋਂ ਦੱਸਦੇ ਨੇ ਵੀ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਹਿਬਾਨਾਂ ਦੀ ਬਾਣੀ ਦੀ ਸਿੱਖਿਆ ਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੈ, ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਇੱਥੇ ਲਿਖਿਆ 10 ਗੁਰੂਆਂ ਦੀ ਬਾਣੀ ਤੇ ਭਰੋਸਾ ਰੱਖਣ ਵਾਲਾ ਸਿੱਖ ਹੈ। ਫਿਰ ਤੇ ਇਹ ਵੀ ਬਾਣੀ ਦੀ ਬੇਅਦਬੀ ਹੋ ਗਈ, ਗੁਰੂ ਗ੍ਰੰਥ ਸਾਹਿਬ ਵਿੱਚ ਤੇ 10 ਗੁਰੂਆਂ ਦੀ ਬਾਣੀ ਹੈ ਨਹੀਂ। ਇਹਦੇ ਸ਼੍ਰੋਮਣੀ ਕਮੇਟੀ ਵਾਲੇ ਵੀ ਗਲਤੀ ਕਰ ਗਏ। ਨਹੀਂ, ਇਹਦਾ ਭਾਵ ਇਹ ਹੈ ਵੀ ਸਰੀਰ ਵੱਖੋ ਵੱਖ ਨੇ, 10 ਵਿੱਚ ਜੋਤ ਇੱਕੋ ਹੀ ਹੈ। ਮਹੱਲਾ
ਪਹਿਲਾ ਹੈ ਜਾਂ ਪਾਤਸ਼ਾਹੀ 10ਵੀਂ ਹੈ, ਸਿਧਾਂਤ ਇੱਕ ਹੈ। ਔਰ ਇਹ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹੈ, ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਕਾਇਆ ਬਦਲੀ ਹੈ ਗੁਰੂ ਨਾਨਕ ਨੇ, ਗੁਰੂ ਅੰਗਦ ਵਾਲੀ, ਜੋਤ ਨਹੀਂ ਬਦਲੀ। ਫਿਰ ਮਹੱਲਾ ਗੁਰੂ ਅਮਰਦਾਸ ਦਾ ਹੋਵੇ ਜਾਂ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਦਾ ਫਰਕ ਕੀ ਹੈ? ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜੋਤ ਵਿਗਾਸ ਵਿੱਚ ਜੋ ਭਾਈ ਨੰਦ ਲਾਲ ਵੱਲੋਂ ਲਿਖਿਆ ਗਿਆ, ਇਹ ਬੋਲ ਕੇ ਫਾਰਸੀ ਵਿੱਚ, ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ, ਹਮੂ ਸ਼ਬਦੇਉ ਜ਼ੋਹਰੂ ਮਾਨਕ ਅਸਤ, ਮੈਂ ਹੀ ਨਿਰਗੁਣ ਅਕਾਲ ਪੁਰਖ ਹਾਂ। ਮੈਂ ਹੀ ਗੁਰੂ ਨਾਨਕ, ਮੈਂ ਹੀ ਗੁਰੂ ਤੇਗ ਬਹਾਦਰ, ਮੈਂ ਹੀ ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਹਾਂ। ਤੋ ਮਹਾਰਾਜ ਤੇ ਕਹਿੰਦੇ ਮੈਂ ਹੀ ਗੁਰੂ ਗ੍ਰੰਥ ਸਾਹਿਬ ਹਾਂ, ਤੇ ਕੱਲ ਨੂੰ ਤੁਸੀਂ ਕਹਿ ਦੋਗੇ ਲੈ ਇਹ ਤੇ ਬਾਣੀ ਦੀ ਬੇਅਦਬੀ, ਗੁਰੂ ਗੋਬਿੰਦ ਸਿੰਘ ਦੀ ਬਾਣੀ ਤੇ ਦਸਮ ਗ੍ਰੰਥ ਚ, ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੀ ਨਹੀਂ ਹੈ। ਇਹ ਮੂਰਖਾਂ ਵਾਲੀਆਂ ਬਾਤਾਂ ਨੇ। ਗੁਰਬਾਣੀ ਦੀ ਬੇਅਦਬੀ ਪਤਾ ਕਿਵੇਂ ਹੁੰਦੀ ਹੈ, ਸਮਝਿਓ। ਜੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੰਗਤ ਵਿੱਚ ਇਹ ਕਿਹਾ ਹੁੰਦਾ ਵੀ 38 ਪੌੜੀਆਂ ਗੁਰੂ ਕ੍ਰਿਤ ਨੇ, 39 ਤੇ 40 ਪੌੜੀ ਸਿੱਖਾਂ ਨੇ ਲਿਖੀ ਹੈ, ਗੁਰੂ ਦੀ ਬਾਣੀ ਨਹੀਂ, ਫਿਰ ਆਪਾਂ ਕਹਿ ਸਕਦੇ ਸੀ ਬੇਅਦਬੀ ਹੋਈ ਹੈ। ਜੇ ਸਿੰਘ ਸਾਹਿਬ ਨੇ ਇਹ ਗੱਲ ਆਖੀ ਹੁੰਦੀ ਰਾਮ ਰਾਏ ਵਾਂਗੂ ਵੀ ਇਹ ਪੰਕਤੀ ਇਦਾਂ ਨਹੀਂ ਇਦਾਂ ਹੈ, ਇਹ ਅਲਫਾਜ਼ ਇਦਾਂ ਨਹੀਂ ਇਦਾਂ ਹੈ, ਤੇ ਆਪਾਂ ਕਹਿ ਸਕਦੇ ਸੀ ਬੇਅਦਬੀ ਹੋਈ ਹੈ। ਸਾਡੇ ਲਈ ਤੇ ਜੋਤ ਇੱਕ ਹੈ ਭਾਈ, ਸਾਨੂੰ ਫਰਕ ਨਹੀਂ ਪੈਂਦਾ। ਇਹ ਤਰਕ ਉਹ ਕਰਦੇ ਨੇ ਜਿਹੜੇ 10 ਗੁਰੂ ਸਾਹਿਬਾਨਾਂ ਦੀ ਸ਼ਖਸੀਅਤ ਵਿੱਚ ਫਰਕ ਕੱਢਦੇ ਨੇ, ਜਿਹੜੇ ਮਹੱਲੇ ਤੇ ਪਾਤਸ਼ਾਹੀ 10ਵੀਂ ਵਿੱਚ ਫਰਕ ਕੱਢਦੇ ਨੇ। ਜਿਹੜਾ ਗੁਰੂ ਤੇ ਬਾਣੀ ਤੇ ਇਤਿਹਾਸ ਤੇ ਤਰਕ ਕਰਦਾ ਹੈ, ਉਹਦੇ ਲਈ ਗੁਰੂ ਦੀ ਗੋਦ ਵਿੱਚ ਕੋਈ ਜਗ੍ਹਾ ਨਹੀਂ। ਜਿਹੜਾ ਗੁਰੂ ਤੇ ਭਾਵਨਾ ਪੈਦਾ ਕਰਦਾ ਹੈ, ਉਹਨੂੰ ਸਜਦਾ ਕਰਨਾ ਹੀ ਪਵੇਗਾ। ਕਈ ਕਹਿਣਗੇ ਜੀ ਅਸੀਂ ਇਤਿਹਾਸ ਨੂੰ ਨਹੀਂ ਮੰਨਦੇ ਤੇ ਤੁਸੀਂ ਇਤਿਹਾਸ ਦੀਆਂ ਗੱਲਾਂ ਸੁਣਾਈਆਂ, ਫਿਰ ਇਸੇ ਗੱਲ ਤੇ ਰਿਓ। ਇਹ ਠੀਕ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡੇ ਅਵਰ ਨਾ ਕੋਈ। ਇਸੇ ਬਾਣੀ ਨੇ ਕਿਹਾ ਹੈ, ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਦਰਿਆ ਕਹੇ ਇੱਕ ਬਾਰ। ਕਹਿੰਦੇ ਮਹਾਪੁਰਸ਼ਾਂ ਦੀਆਂ ਸਾਖੀਆਂ ਸੁਣ, ਤੇਰੇ ਅੰਦਰ ਧਰਮ ਲਈ, ਪਰਮਾਤਮਾ ਲਈ ਪ੍ਰੇਮ ਪ੍ਰਗਟ ਹੋਵੇ। ਬਾਣੀ ਤੇ ਕਹਿੰਦੀ ਇਤਿਹਾਸ ਨਾਲ ਜੁੜੋ, ਤੇ ਜਿਹੜੇ ਕਹਿੰਦੇ ਨੇ ਇਤਿਹਾਸ ਦੀਆਂ ਗੱਲਾਂ ਨਾ ਸੁਣਾਓ। ਹੁਣ ਮੈਂ ਇੱਕ ਸੰਗਤ ਨੂੰ ਬੇਨਤੀ ਕਰਦਾ, ਇਹ ਉਹੀ ਕੁਤਰਕੀ ਪ੍ਰਚਾਰਕ ਨੇ ਜਿਹੜੇ ਇਤਿਹਾਸ ਸੁਣਾ ਕੇ ਕਰੋੜਾਂ ਰੁਪਈਆ ਇਕੱਠਾ ਕਰਕੇ ਲੈ ਗਏ ਤੁਹਾਡੇ ਕੋਲੋਂ। ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਆਉਣਾ ਨਾ, ਹੁਣ ਦਸੰਬਰ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆਉਣੇ, ਤੇ ਜਦੋਂ ਮਗਰਮੱਛ ਵਾਲੇ ਹੰਝੂ ਸੁੱਟੇ ਨਾ ਗੁਰੂ ਦੀ ਗੋਦ ਵਿੱਚ ਬਹਿ ਕੇ ਇਹਨਾਂ ਪ੍ਰਚਾਰਕਾਂ, ਸਾਹਿਬਜ਼ਾਦੇ ਸ਼ਹੀਦ ਹੋ ਗਏ ਜੀ, ਔਰੰਗਜ਼ੇਬ ਨੇ ਸ਼ਹੀਦ ਕਰਵਾ ਦਿੱਤੇ ਜੀ, ਗੁਰੂ ਅਰਜਨ ਸਾਹਿਬ ਨੂੰ ਚੰਦੂ ਨੇ, ਜਹਾਂਗੀਰ ਨੇ ਸ਼ਹੀਦ ਕਰ ਦਿੱਤਾ ਜੀ। ਵੈਰਾਗ ਵਿੱਚ ਤੁਹਾਨੂੰ ਭਰ ਕੇ ਤੁਹਾਡੇ ਨੋਟ ਇਕੱਠੇ ਕਰਕੇ ਤੁਰਨ ਲੱਗੇ ਤੇ ਬਾਹੋਂ ਫੜ ਲਿਓ ਵੀ ਤੁਸੀਂ ਤੇ ਕਹਿੰਦੇ ਹੋ ਇਤਿਹਾਸ ਨੂੰ ਨਹੀਂ ਮੰਨਦੇ, ਬਾਣੀ ਨੂੰ ਮੰਨਦੇ ਆ, ਤੇ ਫਿਰ 10 ਪਾਤਸ਼ਾਹੀਆਂ ਤੇ ਬਾਣੀ ਚੋਂ ਹੀ ਸਾਖੀਆਂ ਸੁਣਾ ਲਓ ਨਾ ਜੇ ਹੈਗੀਆਂ। ਤੇ ਕਿੱਥੋਂ ਲੱਭੋਗੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਖੀਆਂ? ਗੁਰੂ ਗ੍ਰੰਥ ਸਾਹਿਬ ਨਿਰੋਲ ਇੱਕ ਅਕਾਲ ਪੁਰਖ ਦੀ ਵਡਿਆਈ ਹੈ, ਰੱਬ ਤਾਈਂ ਪਹੁੰਚਣ ਦਾ ਰਸਤਾ ਹੈ। ਪਰ ਜਿਨ੍ਹਾਂ ਨੇ ਬਾਣੀ ਦੁਨੀਆ ਤੇ ਲੈ ਕੇ ਆਂਦੀ, ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ, ਉਹ 10 ਗੁਰੂ ਤੁਹਾਨੂੰ ਇਤਿਹਾਸ ਤੋਂ ਹੀ ਲੱਭਣੇ ਨੇ। ਤੇ ਜੇ 10 ਗੁਰੂਆਂ ਦਾ ਹੀ ਅਦਬ ਨਹੀਂ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਸਰਗੁਣ ਸਰੂਪ ਦਾ ਹੀ ਅਦਬ ਨਹੀਂ ਹੈ, ਤੇ ਰੱਬ ਦਾ ਅਦਬ ਕਿਹੜਾ ਕੀਤਾ ਤੁਹਾਡਾ ਰਾਸ ਆਵੇਗਾ। ਜਿੰਨਾ ਬਾਣੀ ਦਾ ਅਦਬ ਹੈ, ਓਨਾ ਹੀ ਇਤਿਹਾਸ ਦਾ ਅਦਬ ਕਰਨਾ ਹੈ। ਸੋ ਇਹ ਲੋਕ ਏਜੰਸੀਆਂ ਦੇ ਇਸ਼ਾਰਿਆਂ ਤੇ ਸਿੱਖੀ ਦੀ ਫੁਲਵਾੜੀ ਨੂੰ ਉਜਾੜਨਾ ਚਾਹੁੰਦੇ ਨੇ। ਜੇ ਇਤਿਹਾਸ ਛੱਡ ਦਿੱਤਾ ਤੇ ਆ ਦਿਹਾੜੇ ਕਿੱਦਾਂ ਮਨਾਉਣੇ ਨੇ? ਅੱਜ ਪ੍ਰਕਾਸ਼ ਦਿਹਾੜਾ ਗੁਰੂ ਅਮਰਦਾਸ ਕਿਵੇਂ ਮਨਾ ਸਕਦੇ ਹੋ? ਗੁਰੂ ਗ੍ਰੰਥ ਸਾਹਿਬ ਵਿੱਚ ਤੇ ਡੇਟ ਆਫ ਬਰਥ ਲਿਖਿਆ ਹੀ ਨਹੀਂ। ਸੋ ਇਸ ਗੱਲ ਨੂੰ ਜ਼ਿਹਨ ਵਿੱਚ ਟਿਕਾ ਲਓ। ਇਹ ਜਿਹੜੇ ਕੁਤਰਕੀ ਲੋਕ ਨੇ ਨਾ, ਇਹਨਾਂ ਐਸੇ ਕੰਡੇ ਸਿੱਖ ਪੰਥ ਵਿੱਚ ਬੀਜੇ ਨੇ, 2-2 ਸੰਗਰਾਂਦਾਂ ਕਰ ਦਿੱਤੀਆਂ। 2003-4 ਈਸਵੀ ਤੋਂ ਪਹਿਲਾਂ ਕਿੱਥੇ 2-2 ਦਿਹਾੜੇ ਸੀ? ਗੁੰਮਰਾਹ ਕਰਕੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਇੱਕ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਕਹਿ ਕੇ ਐਸੀ ਧੜੇਬੰਦੀ ਖੜੀ ਕੀਤੀ। ਅੱਜ 2 ਸੰਗਰਾਂਦਾਂ, 2 ਗੁਰਪੁਰਬ, 2 ਫੜ ਕਰ ਦਿੱਤਾ ਇਹਨਾਂ ਲੋਕਾਂ ਪੰਥ ਨੂੰ। ਇਹ ਦਸਮ ਬਾਣੀ, ਆਦ ਬਾਣੀ, ਇਤਿਹਾਸ ਬਾਣੀ ਦੀ ਨਿੰਦਾ ਕਰਦੇ ਨੇ, ਖੰਡਿਤ ਕਰਦੇ ਨੇ। ਬੰਗਲਾ ਸਾਹਿਬ ਦੀ ਸਟੇਜ ਤੋਂ, ਮੰਜੀ ਸਾਹਿਬ ਦੀ ਸਟੇਜ ਤੋਂ 5-6 ਸਾਲ ਹੋ ਗਏ ਨੇ ਦਾਸ ਨੂੰ। ਸਿੱਧਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਕਿਰਪਾ ਨਾਲ ਵੰਗਾਰਦਾ ਰਿਹਾ। ਉਹ ਵਿਚਾਰ ਕਰੋ, ਅੱਜ ਤੱਕ ਨਹੀਂ ਜੇ ਬੌੜਿਆ ਇਹਨਾਂ ਦਾ ਕੋਈ ਨਕਲੀ ਪ੍ਰੋਫੈਸਰ। ਅੱਜ ਵੀ ਮੈਂ ਕਹਿੰਦਾ ਵੀ ਆਓ ਵਿਚਾਰ ਕਰ ਲਓ ਆਨੰਦ ਸਾਹਿਬ ਦੀ ਬਾਣੀ ਤੇ। ਸੋ ਇਹ ਐਵੇਂ ਅਫਵਾਹਾਂ ਵਿੱਚ ਨਹੀਂ ਆਉਣਾ।
ਸਿਧਾਂਤ ਤੇ ਅਸੀਂ ਚੱਲਣਾ ਹੈ। ਹਾਂ, ਜੇ ਕੋਈ ਗਲਤ ਬੋਲਦਾ ਹੈ ਤੇ ਉਹਦਾ ਖੰਡਨ ਕਰੋ, ਜੇ ਕੋਈ ਬਾਣੀ ਨੂੰ ਨਹੀਂ ਮੰਨਦਾ ਤੇ ਉਹਦਾ ਖੰਡਨ ਕਰੋ।